आयुर्नक्षति पाच्छितां प्रतिदिनं याति क्षयं यौवनम् प्रत्यायान्ति गता पुनर्न दिवसा कालो जगद्भक्षकः लक्ष्मीस्तोयतरङ्गभङ्गचपला विद्युतचलं जीवितम् तस्मान्मा शरणागतं शरणत्वां रक्षाधुनः शरणत्वं रक्षाधुनः। गुरु प्यारेओ, शास्त्र चिंतन चल रहा है। महान विद्वान पंडित गुलाब सिंह जी कृत ग्रंथ श्री मोक्ष पंथ प्रकाश ਦਾ प्रथम निवास ਦਾ ਆਪਾਂ 56ਵਾਂ ਦੋਹਾ ਅੱਜ श्रवण। बड़ा अद्भुत ग्रंथ है। वेदांत ਦੇ सज्जन पढ़न वाले भाषा ਵਿੱਚ ऐसा ग्रंथ खोजते ने, ਇਹਦੇ बरोबर ਦਾ कोई होर ग्रंथ नहीं है। बड़ा ही महीन सिद्धांत परिपूर्ण ਤੇ वेदांत ਦਾ बहुत ही प्रचंड ग्रंथ है, बहुत सुंदर ग्रंथ है। इस विच सारे सिद्धांतां ਦਾ सूक्ष्म रूप ਵਿੱਚ साधारण भाषा ਵਿੱਚ विद्वान पंडित गुलाब सिंह जी ने वर्णन किया है। और ਆਪਾਂ ਅੱਜ ਜਿਹੜੀ ਗੱਲ ਕਰਨੀ ਹੈ, ਆਤਮਾ ਤੇ ਅਨਾਤਮਾ ਦੀ ਗੱਲ ਚੱਲ ਰਹੀ ਹੈ। ਆਤਮਾ ਕੀ ਹੈ, ਆਤਮਾ ਨੂੰ ਕਿਸ ਸ਼ਾਸਤਰ ਨੇ ਕਿਵੇਂ ਕਿਵੇਂ ਮੰਨਿਆ, ਇਹਦੇ ਵਿੱਚ ਇਹ ਵਰਣਨ ਆਏਗਾ। ਦੋਹਾ कारण माहे विवाद ज्यों त्यों आत्म में जान बहु विदताहि उचार हैं सो मैं करूं बखान। ग्रंथाकार कहते कारण माहे विवाद ज्यों। हुण कारण दा विवाद है, सृष्टि दे करण दा, भी सृष्टि दा कारण की है, हेतु की है संसार दा। ग्रंथाकार कहते उस विवाद, वो विवाद है त्यों आत्म में जान। कहते उस तरह ही कारण का जिस तरह विवाद है, आत्मा का भी विवाद है। हुण आत्मक रूप विच आत्मा नूं कुछ लोग बुद्धि नूं आत्मा, मन नूं आत्मा, इंद्रियां नूं आत्मा इस ढंग नाल मंनदे है। ते जदों ये गल सिद्धांत ते आउंदी है वेदांत दे विच, ਤਾਂ ਉਦੋਂ ਹੀ ਜਾ ਕੇ ਨਿਸ਼ਕਰਸ਼ ਨਿਕਲਦਾ, ਪਤਾ ਲੱਗਦਾ। ਫਿਰ ਗ੍ਰੰਥਾਕਾਰ ਕਹਿੰਦੇ ਤਿਉਂ ਆਤਮ ਮੇ ਜਾਨ, ਉਸੇ ਤਰ੍ਹਾਂ ਦਾ ਹੀ ਵਿਵਾਦ ਆਤਮਾ ਦੇ ਪਰਥਾਏ ਹੈ, ਆਤਮਾ ਨੂੰ ਸਿੱਧ ਕਰਨ ਦੇ ਪਰਥਾਏ ਹੈ। ਅੱਡੋ ਅੱਡ ਅਲੱਗ-ਅਲੱਗ ਦਰਸ਼ਨ ਆਪੋ ਆਪਣੇ ਢੰਗ ਨਾਲ ਆਤਮਾ ਨੂੰ ਵਰਣਨ ਕਰਦੇ ਨੇ। ਫਿਰ ਕਹਿੰਦੇ ਨੇ ਬਹੁ ਵਿਧ ਤਾਹੇ ਉਚਾਰ ਹੈ। ਕਹਿੰਦੇ ਬਹੁ ਵਿਧੀਆਂ ਦੇ ਨਾਲ ਇਸ ਸਿਧਾਂਤ ਦਾ ਵਰਣਨ ਕੀਤਾ ਹੈ ਸਥਾਨ ਸਥਾਨ ਤੇ ਗ੍ਰੰਥਾਕਾਰਾਂ ਨੇ। ਸੋ ਮੈਂ ਕਰੋ ਬਖਾਨ ਉਹਨਾਂ ਦਾ, ਉਹਨਾਂ ਸਿਧਾਂਤਾਂ ਦਾ ਜਿਹੜੇ ਸਿਧਾਂਤ ਆਤਮਾ ਪਰਥਾਏ ਨੇ, ਆਤਮਾ ਦੇ ਬਾਰੇ ਵਰਣਨ ਕੀਤੇ ਗਏ ਨੇ, ਉਹਨਾਂ ਦੇ ਬਾਰੇ ਮੈਂ ਇਸ ਗ੍ਰੰਥ ਦੇ ਵਿੱਚ, ਇਸ ਅਧਿਆਏ ਦੇ ਵਿੱਚ ਆਤਮਕ ਜਿਹੜੀ ਹੈ ਗਿਆਨ ਦੇ ਲਈ, ਆਤਮਾ ਦੇ ਗਿਆਨ ਦੇ ਲਈ ਵਰਣਨ ਕਰਨ ਜਾ ਰਿਹਾ ਹਾਂ। ਪੰਡਿਤ ਗੁਲਾਬ ਸਿੰਘ ਜੀ ਦਾ ਇੱਕ ਕਥਨ ਹੈ। ਸੋ ਚੌਪਈ ਵੀ ਆਤਮਾ ਨੂੰ ਕੀ ਕੀ ਮੰਨਦੇ ਨੇ, ਕਿਹੜੇ ਕਿਹੜੇ ਦਰਸ਼ਨ ਮੰਨਦੇ ਨੇ, ਉਹ ਸ਼ਰਵਣ ਕਰੋ। तन को आत्म एक सुनावै और सो इंद्र आत्म गावै। एक दर्शन ऐसा है ਜਿਹੜਾ ਤਨ ਨੂੰ ਹੀ ਆਤਮਾ ਕਹਿ ਦਿੰਦਾ, ਤੇ ਉਹ ਉਸ ਦਰਸ਼ਨ ਨੂੰ ਆਪਾਂ ਸਾਰੇ ਜਾਣਦੇ ਆ। ਆਪਾਂ ਚਾਰ ਵਾਕ ਕਹਿ ਦਿੰਦੇ ਆ, ਚਾਰੂ ਵਾਕ। ਸੁੰਦਰ ਭਾਸ਼ਾ ਬੋਲਣ ਵਾਲੇ ਲੋਕ, ਉਹਨਾਂ ਦਾ ਸਿਧਾਂਤ ਵੀ ਹੈ जावत जीवेत सुखम जीवेत ऋणम कृत्वा घृतम पीवेत भस्मी भूतस्य देहस्य पुनः जन्मम कुतः। फिर की पता जन्म होना कि नहीं होना। फारसी विच विद्वान कहते हैं बाबर ऐस कोस द्वारा ने भी ये जग मिठा, पंजाबी दी भाषा अगला किने दिठा। देखी जाऊगा कि वो चारू वाकियां दा सिद्धांत है। हुण उन्हां दे लई की है, वो कहंदे भी आत्मा जिहड़ी है वो शरीर ही है, ਸਰੀਰ ਤੋਂ ਵੱਡਾ ਕੁਝ ਨਹੀਂ ਦੁਨੀਆ ਤੇ। ਸਰੀਰ ਨੂੰ ਸਾਂਭ ਕੇ ਰੱਖੋ, ਰਿਣ ਲੈ ਲੈ ਕੇ ਚਾਹੇ ਘਿਓ ਪੀਵੋ, ਪਰ
ਆਤਮਾ ਜਿਹੜੀ ਤੁਹਾਡਾ ਸਰੀਰ ਹੈ ਉਹਨੂੰ ਤੁਸੀਂ ਫਿੱਟ ਰੱਖਣਾ। ਕਹਿੰਦੇ ਤਨ ਕੋ ਆਤਮ ਏਕ ਸੁਨਾਰਾ। ਸ਼ਾਸਤਰਕਾਰ ਪਹਿਲਾਂ ਉਹ ਚਾਰੂ ਬਾਗ ਦੀ ਗੱਲ ਹੀ ਦੱਸਦੇ ਆ ਵੀ ਉਹ ਕਹਿੰਦਾ ਵੀ ਮੇਰਾ ਤਾਂ ਸਰੀਰ ਹੀ ਆਤਮਾ ਹੈ, ਮੈਂ ਇਦੂ ਪਾਸੇ ਕੁਝ ਨਹੀਂ ਦੇਖਦਾ। ਉਦੋਂ ਬਾਅਦ ਫਿਰ ਜਿਹੜੇ ਹੈ ਹੋਰ ਸ਼ਾਸਤਰ ਆਏ, ਉਹਨਾਂ ਨੇ ਕਿਹਾ ਵੀ ਔਰ ਸੋ ਇੰਦਰੀਆ ਆਤਮ ਗਾਵ ਹੈ। ਉਹ ਕਹਿੰਦੇ ਵੀ ਇੰਦਰੀਆ ਜਿਹੜੇ ਹੈ, ਇੰਦਰੀ ਆਪਣੇ, ਉਹਦੇ ਬਾਰੇ ਗਿਆਨ ਕਰਨ ਲੱਗੇ ਵੀ ਉਹੀ ਆਤਮ ਹੈ, ਇੰਦਰੀਆਂ ਨੂੰ ਆਤਮ ਮੰਨ ਲਿਆ। ਏਕ ਕਹੈ ਪੁਨ ਪ੍ਰਾਨ ਪਛਾਨੋ, ਔਰ ਕਹੈ ਮਨ ਆਤਮ ਜਾਨੋ। ਇੱਕ ਸ਼ਾਸਤਰ ਆ ਕੇ ਖੜਾ ਹੋ ਗਿਆ, ਸਿਧਾਂਤੀ ਖੜਾ ਹੋ ਗਿਆ, ਉਹ ਕਹਿਣ ਲੱਗਿਆ ਵੀ ਪ੍ਰਾਣਾਂ ਦੇ ਨਾਲ ਸਰੀਰ ਚੱਲਦਾ ਹੈ, ਇੰਦਰੀਆਂ ਦੇ ਨਾਲ ਆਪਾਂ ਦੇਖਦੇ ਹਾਂ, ਇੰਦਰੀਆਂ ਦੇ ਵਿੱਚ ਆਤਮਾ ਹੈ। ਉਹ ਉਦੋਂ ਗਾਂ ਵਾਲਾ ਕਹਿੰਦਾ ਵੀ ਇੰਦਰੀਏ ਵੀ ਜਿਹੜੇ ਆ ਉਹ ਪ੍ਰਾਣ ਕਰਕੇ ਹੀ ਕੰਮ ਕਰਦੇ ਆ, ਇਸ ਲਈ ਪ੍ਰਾਣਾਂ ਦੇ ਵਿੱਚ ਪ੍ਰਾਣਾਂ ਨੂੰ ਹੀ ਆਤਮਿਕ ਸਰੂਪ ਮੰਨਦੇ ਆ, ਯਾਨੀ ਪ੍ਰਾਣ ਹੀ ਆਤਮਾ ਦਾ ਸਰੂਪ ਨੇ, ਆਤਮਾ ਪ੍ਰਾਣ ਹੀ ਨੇ। ਇਸ ਢੰਗ ਦੇ ਨਾਲ ਉਹਨੇ ਜਾ ਕੇ ਜਿਹੜੀ ਗੱਲ ਕਰਨੀ ਕੀਤੀ, ਤੀਜੇ ਸਿਧਾਂਤੀ ਨੇ ਪ੍ਰਾਣਾਂ ਦੀ ਗੱਲ ਕਰ ਦਿੱਤੀ ਵੀ ਜਦੋਂ ਪ੍ਰਾਣ ਜਿਹੜੇ ਆ ਉਹ ਜਦੋਂ ਤੱਕ ਰਹਿੰਦੇ ਆ ਉਦੋਂ ਤੱਕ ਹੀ ਸਰੀਰ ਚੱਲਦਾ। ਇਸ ਲਈ ਜੇ ਪ੍ਰਾਣ ਉੱਡ ਜਾਣ, ਪ੍ਰਾਣ ਖਤਮ ਹੋ ਜਾਣ ਤੇ ਸਰੀਰ ਹੀ ਨਹੀਂ ਚੱਲ ਸਕਦਾ। ਇਸ ਲਈ ਆਤਮਾ ਪ੍ਰਾਣਾਂ ਦੇ, ਪ੍ਰਾਣ ਹੀ ਆਤਮਾ ਨੇ। ਔਰ ਕਹੈ ਮਨ ਆਤਮ ਜਾਨੋ। ਤੇ ਸਿਧਾਂਤੀ ਫਿਰ ਕਹਿੰਦਾ ਵੀ ਨਹੀਂ, ਤੁਸੀਂ ਇਹ ਮੰਨੋ ਵੀ ਜਿਹੜਾ ਮਨ ਹੈ ਨਾ ਉਹੀ ਆਤਮਾ ਹੈ। ਚੌਥਾ ਸਿਧਾਂਤੀ ਆ ਕੇ ਕਹਿਣ ਲੱਗ ਪਿਆ ਵੀ ਮਨ ਜਿਹੜਾ ਹੈ, ਹੁਣ ਤੁਸੀਂ ਮਨ ਦਾ ਸੰਵੇਗ ਜਿਸ ਇੰਦਰੀ ਨਾਲ ਜੋੜਦੇ ਹੋ ਉਹਦੀ ਸ਼ਕਤੀ ਜਿਹੜੀ ਹੈ ਫਿਰ ਕੰਮ ਕਰਦੀ ਹੈ। ਤੇ ਨਹੀਂ, ਕਈ ਵਾਰ ਕੋਈ ਗੱਲਾਂ ਬਾਤਾਂ ਆਪਾਂ ਸੁਣਦੇ ਹਾਂ ਕੰਨਾਂ ਦੁਆਰਾ, ਕੰਨ ਤਾਂ ਉਦੋਂ ਵੀ ਨਾਲ ਹੁੰਦੇ ਆ। ਜੇ ਮਨ ਕੰਨਾਂ ਨਾਲ ਸੰਚਰਿਤ ਨਾ ਹੋਵੇ, ਨਾ ਟੱਚ ਹੋਇਆ ਹੋਵੇ, ਨਾ ਪਰਪੱਕ ਹੋਵੇ, ਕੰਨਾਂ ਨਾਲ ਜੁੜਿਆ ਨਾ ਹੋਵੇ, ਤੇ ਆਪਾਂ ਨੂੰ ਗੱਲ ਸੁਣਦੀ ਨਹੀਂ ਪੂਰੀ। ਅੱਖਾਂ ਨਾਲ ਕਈ ਵਾਰ ਦੇਖ ਕੇ ਵੀ ਬੰਦਾ ਕਹਿ ਦਿੰਦਾ ਵੀ ਮੈਨੂੰ ਪਤਾ ਨਹੀਂ ਲੱਗਿਆ, ਕਿਉਂਕਿ ਕਿਸੇ ਦਿਮਾਗ ਹੋਰ ਹੁੰਦਾ ਹੈ, ਮਨ ਦੀ ਅਵਸਥਾ ਕਿਸੇ ਹੋਰ ਪਾਸੇ ਟੁੰਬੀ ਵੀ ਹੁੰਦੀ ਹੈ, ਗਈ ਹੁੰਦੀ ਹੈ। ਇਸ ਕਰਕੇ ਮਨ ਨੂੰ ਗ੍ਰੰਥਾਕਾਰ ਕਹਿੰਦੇ ਭਾਈ ਸੱਜਣੋ, ਜਿਹੜਾ ਮਨ ਹੈ ਉਹ ਵੀ ਆਤਮਾ ਸਰੂਪ ਹੈ। ਚੌਥਾ ਸਿਧਾਂਤ ਗ੍ਰੰਥਾਕਾਰ ਨੇ ਇਹ ਵਰਣਨ ਕਰ ਦਿੱਤਾ। ਅੱਗੇ ਫਿਰ ਕਹਿੰਦੇ ਨੇ ਵਿਗਿਆਨ ਆਤਮਾ ਕੇ ਚਿਤ ਧਾਰੈ, ਇਸ ਅੰਸ਼ ਪੁਨਿ ਔਰ ਉਚਾਰੈ। ਵਿਗਿਆਨ ਜਿਹੜੀ ਆਤਮਾ ਦਾ ਸਰੂਪ ਹੈ ਇਹ ਬੋਧੀ ਕਹਿੰਦੇ ਆ। ਕਹਿੰਦੇ ਬੋਧੀਆਂ ਨੇ ਵੀ ਆ ਕੇ ਫਿਰ ਆਪਦੀ ਗੱਲ ਦੱਸ ਦਿੱਤੀ, ਕਿਉਂਕਿ ਯੋਗ ਦੇ ਵਿੱਚ, ਯੋਗਾਚਾਰ ਦੇ ਵਿੱਚ ਤੇ ਬੌਧ ਦੇ ਵਿੱਚ ਵਿਗਿਆਨ ਭਿਕਸ਼ੂ ਦਾ ਇੱਕ ਗ੍ਰੰਥ ਹੈ। ਵੈਸੇ ਤੁਹਾਨੂੰ ਮੇਰੀ ਇਹ ਬੇਨਤੀ ਵੀ ਆ ਵੀ ਤੁਸੀਂ ਪੜ੍ਹਿਓ ਜ਼ਰੂਰ। ਜਿਹੜਾ ਪਤੰਜਲੀ ਯੋਗ ਸੂਤਰ ਹੈ ਨਾ ਉਹਦੀ ਇੱਕ ਗ੍ਰੰਥ ਟੀਕਾ ਹੈ ਯੋਗ ਵਾਰਤਕ, ਇੱਕ ਤਤਵ ਹੈ ਸਾਰਦੀ ਹੈ ਤੇ ਇੱਕ ਯੋਗ ਵਾਰਤਕ ਹੈ। ਜਿਹੜੀ ਯੋਗ ਵਾਰਤਕ ਟੀਕਾ ਹੈ ਉਹ ਵਿਗਿਆਨ ਭਿਕਸ਼ੂ ਦੀ ਹੈ। ਉਸ ਟੀਕਾ ਨੂੰ ਜੋ ਤੁਸੀਂ ਪੜ੍ਹੋਗੇ ਨਾ ਤਾਂ ਤੁਹਾਨੂੰ ਇਹ ਵਿਗਿਆਨਵਾਦ ਉਹਦੇ ਵਿੱਚ ਬੜਾ ਦਰਸ਼ਨ ਦੇਊਗਾ, ਦਰਸ਼ਨ ਦਾ ਪਤਾ ਲੱਗ ਜਾਊਗਾ ਸਿਧਾਂਤ ਦੇ ਵਿੱਚ। ਇਹ ਉੱਥੇ ਵਿਗਿਆਨ ਦੀ ਗੱਲ ਬਹੁਤ ਕੀਤੀ ਹੈ ਵਿਗਿਆਨ ਭਿਕਸ਼ੂ ਨੇ, ਕਿਉਂਕਿ ਉਹ ਬਹੁਤ ਧਰਮ ਦਾ ਨਿਆਈ ਸੀ ਤੇ ਬਹੁਤ ਧਰਮ ਦੇ ਢੰਗ ਨਾਲ ਉਸਨੇ ਯੋਗ ਪਤੰਜਲੀ ਯੋਗ ਸੂਤਰ ਨੂੰ ਲਿਖਣਾ ਕੀਤਾ ਹੈ। ਤੇ ਤਤਵ ਸਾਰਦੀਕਾਰ ਜਿਹੜੇ ਉਹਦੇ ਗ੍ਰੰਥਾਕਾਰ ਨੇ, ਟੀਕਾਕਾਰ ਨੇ, ਉਹਨੇ ਵਾਚਸਪਤੀ ਮਿਸ਼ਰ, ਉਹ ਵੇਦਾਂਤੀ ਨੇ, ਉਹਨਾਂ ਨੇ ਆਪਣੇ ਢੰਗ ਨਾਲ ਉਹਦਾ ਟੀਕਾ ਕੀਤਾ। ਦੋਨੇ ਟੀਕੇ ਇਕੱਠੇ ਮਿਲਦੇ ਆ ਤੇ ਉਹ ਬੜੇ ਪੜ੍ਹਨ ਵਾਲੇ ਟੀਕੇ ਆ, ਤੁਸੀਂ ਵੀ ਪੜ੍ਹਿਓ। ਉਹਦੇ ਵਿੱਚ ਵੀ ਇਹ ਗ੍ਰੰਥਾਕਾਰ ਕਹਿੰਦੇ ਆਉਂਦਾ ਵਿਗਿਆਨ ਦਾ, ਉੱਥੇ ਮੇਰੇ ਯਾਦ ਹੁਣ ਆ ਗਿਆ ਵਿਗਿਆਨ ਤੋਂ, ਵੀ ਵਿਗਿਆਨ ਆਤਮਾ ਕੇ ਚਿਤ ਧਾਰੈ। ਕੁਛ ਲੋਕ ਜਿਹੜੇ ਆ ਵਿਗਿਆਨ ਨੂੰ ਹੀ ਆਤਮਾ ਮੰਨ ਲੈਂਦੇ ਆ ਵੀ ਵਿਗਿਆਨ ਹੀ ਸਭ ਕੁਝ ਹੈ, ਮਤ ਦੇ ਵਿੱਚ ਆਪਣੀ ਵਿੱਚ ਕਹਿੰਦੇ ਆ ਵੀ ਇਹ ਸਾਰੀ ਸ੍ਰਿਸ਼ਟੀ ਤੇ ਛੰਨ ਭੰਗਰ ਆਏ ਨੇ ਤੇ ਖਤਮ ਹੋ ਜਾਣਾ, ਜੇ ਗਿਆਨ ਹੈ ਵਿਗਿਆਨ ਹੈ ਤਾਂ ਹੀ ਸਾਰਾ ਕੁਝ ਕੀਤਾ ਜਾਂਦਾ। ਤੇ ਕੁਛ ਲੋਕ ਜਿਹੜੇ ਆ ਇਸ ਅੰਸ਼ ਔਰ ਉਚਾਰ ਹੈ। ਕੁਛ ਸਿਧਾਂਤੀਆਂ ਦਾ ਇਹ ਵਰਣਨ ਹੈ ਵੀ ਈਸ਼ਵਰ ਦੀ ਅੰਸ਼ ਹੀ ਆਤਮਾ ਹੈ, ਈਸ਼ਵਰ ਦੀ ਅੰਸ਼ ਆਤਮਾ। ਵੈਸੇ ਸ਼ੈਵ ਮਤ ਵਾਲੇ ਮੰਨ ਲੈਂਦੇ ਆ, ਅੱਗੇ ਤੁਸੀਂ ਜਾਓਗੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ। ਜਾਨੀ ਉਹਨਾਂ ਦਾ ਸਿਧਾਂਤ ਇਹ ਹੈ ਵੀ ਜਿਹੜਾ ਈਸ਼ਵਰ ਦੀ ਅੰਸ਼ ਹੋਣ ਕਰਕੇ ਜਿਹੜੀ ਉਹ ਇਹਦਾ ਸਰੂਪ ਮੰਨਿਆ ਜਾਂਦਾ, ਈਸ਼ਵਰ ਦੀ ਅੰਸ਼ ਰੂਪੀ ਆਤਮਾ ਹੈ। ਹੁਣ ਗ੍ਰੰਥਾਕਾਰ ਕਹਿੰਦੇ ਕੁਝ ਲੋਕਾਂ ਦਾ ਇਹ ਕਹਿਣਾ ਹੈ ਜੜ ਚੇਤਨ ਪੁਨ ਪਾਟ ਬਤਾਇਓ, ਕੇਵਲ ਜੜ ਨ ਆਇਕ ਗਾਇਓ।
ਕਹਿੰਦੇ ਜੜ ਚੇਤਨ, ਚੇਤਨ ਤੇ ਜੜ ਦੋ ਤਰ੍ਹਾਂ ਦੀ ਸੱਤਾ ਹੈ। ਇੱਕ ਤੇ ਜੜਤਾ ਵਾਲੀਆਂ ਵਸਤੂਆਂ ਨੇ, ਧਰਤੀ ਆਦਿ, ਤੇ ਅਰਧ ਚੇਤਨ, ਵੈਸੇ ਬ੍ਰਿਕਸ਼ ਆਦਿ ਨੂੰ ਆਪਾਂ ਅਰਧ ਚੇਤਨ ਮੰਨ ਸਕਦੇ ਹਾਂ, ਜੜ ਨਹੀਂ ਮੰਨ ਸਕਦੇ, ਕਿਉਂਕਿ ਉਹ ਵੱਧਦੇ ਫੁੱਲਦੇ ਆ, ਪਰਬਤ ਵੀ ਵੱਧਦੇ ਫੁੱਲਦੇ ਆ। ਤੇ ਇਸ ਢੰਗ ਦੇ ਨਾਲ ਜੜ ਤੇ ਚੇਤਨ ਦੋ ਤਰ੍ਹਾਂ ਦੀਆਂ ਸ੍ਰਿਸ਼ਟੀਆਂ ਦਾ ਸਰੂਪ ਹੈ। ਕਹਿੰਦੇ ਜੜ ਤੇ ਚੇਤਨ ਮਾਇਆ ਦਾ ਵੀ ਸਰੂਪ ਇਸੇ ਤਰ੍ਹਾਂ ਹੀ ਹੈ। ਜੜ ਚੇਤਨ ਪੁਨ ਭਾਟ ਬਤਾਇਓ, ਕਹਿੰਦੇ ਗ੍ਰੰਥਾਕਾਰਾਂ ਨੇ ਨਾ ਜੜ ਤੇ ਚੇਤਨ ਦੀ ਵੀ ਗੱਲ ਕੀਤੀ ਹੈ, ਵੀ ਜੜ ਚੇਤਨ ਹੈ ਜਿਹੜਾ, ਇਹੀ ਆਤਮਾ ਦਾ ਸਰੂਪ ਹੈ। ਉਹਦੇ ਵਿੱਚ ਜਿਹੜੀ ਚੇਤਨ ਤੇ ਸੱਤਾ ਹੈ, ਚੇਤਨ ਸੱਤਾ ਹੈ, ਉਹੀ ਆਤਮਾ ਹੈ। ਕੋਈ ਕਹਿੰਦਾ ਵੀ ਜਿਹੜੀ, ਕਿਉਂਕਿ ਜੜ ਦੀ ਗੱਲ ਵੈਸੇ ਕੁਝ ਸੰਖਿਆਵਾਦੀਆਂ ਸ਼ਾਸਤਰਕਾਰਾਂ ਨੇ ਵੀ ਗੱਲ ਕੀਤੀ ਹੈ। ਸੰਖਿਆ ਦੇ ਵਿੱਚ ਵੀ ਆਉਂਦਾ ਹੈ ਵੀ ਜਿਹੜਾ ਸਤਵ ਪ੍ਰਧਾਨ ਗੁਣ ਹੈ, ਜਦੋਂ ਚੇਤਨ ਸੱਤਾ ਉਹਦੇ ਵਿੱਚ ਪ੍ਰਵੇਸ਼ ਕਰ, ਉਹ ਜਿਹੜਾ ਆਤਮਿਕ ਸਰੂਪ ਵਿੱਚ ਵਰਣਨ ਹੁੰਦਾ ਹੈ। ਅੱਗੇ ਜਾ ਕੇ ਆਪਾਂ ਪੜਾਂਗੇ, ਸਿਧਾਂਤੀ ਦੱਸੂਗਾ। ਤੇ ਇੱਥੇ ਕੇਵਲ ਜੜ ਨਿਆਇਕ ਗਾਇਓ, ਕਹਿੰਦੇ ਨਿਆਇਕ ਨੇ ਕਿਹਾ ਵੀ ਜੜ ਹੈ, ਤੇ ਸਿਧਾਂਤ ਕੁਝ ਗ੍ਰੰਥਾਕਾਰ ਉਸ ਨੂੰ ਚੇਤਨ ਮੰਨਦੇ ਆ। ਹੁਣ ਆਤਮਾ ਨੂੰ ਚੇਤਨ ਮੰਨਦੇ ਆ ਤੇ ਆਤਮਾ ਨੂੰ ਜੜ ਵੀ ਮੰਨਦੇ ਆ। ਵੇਖੋ ਹੁਣ ਮੀਮਾਂਸਕ ਜਿਹੜਾ ਹੈ ਉਹ ਜੜ ਵੀ ਮੰਨ ਲੈਂਦਾ ਹੈ, ਤੇ ਚੇਤਨ ਜਿਹੜਾ ਹੈ, ਇਹ ਜਿਹੜਾ ਨਿਆਇਕ ਹੈ, ਉਹ ਜੜ ਵੀ ਮੰਨ ਲੈਂਦਾ। ਹੁਣ ਇਹਨਾਂ ਸਿਧਾਂਤਾਂ ਦੇ ਵਿੱਚ ਵਰਣਨ ਕਰਨ ਵਾਸਤੇ ਗ੍ਰੰਥਕਾਰ ਕਹਿੰਦੇ ਕੇਵਲ ਜੜ ਨਿਆਇਕ ਗਾਇਓ। ਨਿਆਇਕ ਨੇ ਕਿਹਾ ਵੀ ਜਿਹੜੀ ਆਤਮਾ ਹੈ ਉਹ ਜੜ ਹੈ, ਉਹਦੇ ਵਿੱਚ ਜਦੋਂ ਚੇਤਨ ਦਾ ਪ੍ਰਵੇਸ਼ ਹੁੰਦਾ ਹੈ ਤਾਂ ਫਿਰ ਹੀ ਉਹ ਜਿਹੜੀ ਹੈ ਇੱਕ ਸ਼ਕਤੀ ਦਾ ਨਿਰਮਾਣ ਕਰਦਾ। ਹੁਣ ਕਿਤੇ ਕਿਤੇ ਸਿਧਾਂਤੀ ਆਪਦੇ ਸਿਧਾਂਤ ਦੇ ਵਿੱਚ ਵਰਣਨ ਕਰਦੇ ਨੇ, ਗ੍ਰੰਥਾਕਾਰ ਕਹਿੰਦੇ ਨਿਆਇਕ ਨੇ ਕਿਹਾ ਕਿ ਜਗਤ ਜਿਹੜਾ ਹੈ, ਜਗਤ ਦੀ ਸਤਤਾ ਤੇ ਆਤਮਾ ਦਾ ਜਿਹੜਾ ਨਾਨਾਵਤ ਸਰੂਪ ਹੈ, ਨਾਨਾਤਵ, ਬਹੁਤੇ ਰੂਪ, ਉਹ ਹੁਣ ਆਤਮਾ ਨੂੰ ਸਰੀਰ ਤੋਂ ਭਿੰਨ ਸਰੀਰ ਦੇ ਵਿੱਚ ਆਤਮਾ ਨੂੰ ਮੰਨਦਾ। ਹੁਣ ਵਿਦਾਂਤੀ ਦਾ ਮੰਨਦਾ ਵੀ ਇੱਕ ਹੀ ਆਤਮਾ ਹੈ ਸ੍ਰਿਸ਼ਟੀ ਤੇ ਜਿਹੜਾ ਨਿਆਇਕ ਹੈ ਉਹ ਆਂਦਾ ਵੀ ਜਿੰਨੇ ਸਰੀਰ ਹੈ ਉਨੀ ਆਤਮਾ ਹੈ। ਇਸ ਲਈ ਫਿਰ ਆਤਮਾ ਜੇ ਇੰਨੀਆਂ ਹੋ ਜਾਂਦੀਆਂ ਤਾਂ ਫਿਰ ਉਹ ਉਹਨਾਂ ਨੂੰ, ਆਤਮਾ ਦੇ ਸਰੂਪ ਨੂੰ ਨਿਆਇਕ ਇਸ ਢੰਗ ਨਾਲ ਵਰਣਨ ਕਰਦੇ ਨੇ ਵੀ ਇਹ ਸਰੀਰ ਜਿਹੜਾ ਹੈ, ਜਿੰਨੇ ਸਰੀਰ ਨੇ ਉਨੀਆਂ ਹੀ ਆਤਮਾ ਨੇ। ਪਰ ਇੱਥੇ ਜਾ ਕੇ ਵਿਦਾਂਤੀ ਜਿਹੜਾ ਹੈ, ਇਹਦਾ ਵਿਦਾਂਤ ਨਾਲੋਂ ਮਤ ਸਾਰਿਆਂ ਦਾ ਹੀ ਅਲੱਗ-ਅਲੱਗ ਹੈ। ਆਪਾਂ ਜਿੰਨੇ ਪੜ੍ਹ ਕੇ ਆਏ ਆ, ਵਿਦਾਂਤ ਦਾ ਮਤ ਇਹਦੇ ਵਿੱਚ ਹਲੇ ਆਇਆ ਨਹੀਂ। ਵਿਦਾਂਤ ਦਾ ਮਤ ਅੱਗੇ ਗ੍ਰੰਥਾਕਾਰ ਦੱਸਣਗੇ ਜਾ ਕੇ ਸਿਰੇ ਤੇ। ਮਾਨ ਮਾਏ ਬਹੁ ਭੇਦ ਵਿਚਾਰੈ, ਅਨੁਮध्यਮ ਮਹਾਨ ਉਚਾਰੈ, ਇਤਿਆਦਿਕ ਬਹੁ ਭੇਦ ਉਚਾਰੈ, ਮੂਰਖ ਜਨ ਨਹਿ ਭੇਦ ਵਿਚਾਰੈ। ਵਾਹ, ਇੱਥੇ ਗ੍ਰੰਥਾਕਾਰ ਨੇ ਵੇਦ ਦੀ ਗੱਲ ਕੀਤੀ ਹੈ ਵੀ ਜਿਹੜਾ ਬੰਦਾ ਗਿਆਨ ਦੀ ਚਰਚਾ, ਗਿਆਨ ਦੀ ਵਿਚਾਰ ਨਹੀਂ ਕਰਦਾ, ਵਿਦ ਗਿਆਨੇ ਧਾਤੂ ਹੈ। ਤੇ ਇੱਥੇ ਵੇਦ ਦੀ ਗੱਲ ਉਹ ਗ੍ਰੰਥਾਕਾਰ ਕਹਿੰਦੇ, ਪੰਡਿਤ ਗੁਲਾਬ ਸਿੰਘ ਜੀ, ਮਾਨ ਮਾਹੇ ਬਹੁ ਭੇਦ ਵਿਚਾਰੈ। ਕਹਿੰਦੇ ਮਾਨ ਦੇ ਵਿੱਚ ਉਹ ਭੇਦਾਂ ਦਾ ਵਿਚਾਰ ਕਰਦਾ ਹੈ। ਭੇਦ ਕਿੰਨੇ ਆ? ਹੁਣ ਇੱਕ ਨੇ ਮੰਨ ਲਓ ਆਤਮਾ ਨੂੰ, ਤਨ ਨੂੰ ਮੰਨ ਲਿਆ, ਇੰਦਰੀਏ ਨੂੰ ਮੰਨ ਲਿਆ, ਮਨ ਨੂੰ ਮੰਨ ਲਿਆ, ਪ੍ਰਾਣ ਨੂੰ ਮੰਨ ਲਿਆ। ਕੋਈ ਜੋ ਉਹਨੂੰ ਵਿਗਿਆਨ ਮੰਨਦਾ ਹੈ, ਕੋਈ ਅੰਸ਼ ਈਸ਼ਵਰ ਦੀ ਅੰਸ਼ ਮੰਨਦਾ ਹੈ, ਕੋਈ ਚੇਤਨ ਮੰਨਦਾ ਹੈ, ਕੋਈ ਜੜ ਮੰਨਦਾ ਹੈ, ਕੋਈ ਦੋਨਾਂ ਤੋਂ ਨਿਆਰਾ ਮੰਨਦਾ, ਚੇਤਨ ਜੜ ਤੋਂ ਵੀ ਨਿਆਰਾ ਮੰਨ ਲੈਂਦਾ। ਇਸ ਲਈ ਗ੍ਰੰਥਾਕਾਰ ਕਹਿੰਦੇ ਮਾਨ ਮਾਹੇ ਬਹੁ ਭੇਦ ਵਿਚਾਰੈ। ਕਹਿੰਦੇ ਬਹੁਤੇ ਭੇਦ ਜਿਹੜੇ ਆ ਵਿਚਾਰੇ ਜਾਂਦੇ ਆ, ਦੇਖੇ ਜਾਂਦੇ ਆ ਆਤਮਾ ਦੇ ਬਾਰੇ ਵਿੱਚ। ਆਤਮਾ ਨੂੰ ਕੋਈ ਵਿਭੂ ਮੰਨੀ ਜਾਂਦਾ। ਇਸ ਲਈ ਜਿੰਨਾ ਵੀ ਉਹ ਕਾਰਜ ਹੈ, ਆਤਮਾ ਦਾ ਕਾਰਜ ਹੈਗਾ, ਕਿਉਂਕਿ ਆਤਮਾ ਦੇ ਵਿੱਚ ਨਾ ਸ਼ੀਤੋਸ਼ਣ ਹੈ, ਸ਼ੀਤੋਸ਼ਣ ਸੁੱਖ ਦੁੱਖ ਦਾ ਆਪਾਂ ਗੀਤਾ 'ਚ ਪੜ੍ਹਦੇ ਹਾਂ ਵੀ ਇਹ ਸਾਰਾ ਕੁਝ ਅਤੀਤ ਆਤਮਾ ਸਾਰਿਆਂ ਤੋਂ ਅਲੱਗ ਹੈ। ਐਸੇ ਜਿਹੜੇ ਸ੍ਰਿਸ਼ਟੀ ਦੇ ਗੁਣ ਆ ਉਹ ਆਤਮਾ ਦੇ ਵਿੱਚ ਕਦੇ ਨਹੀਂ ਆਉਂਦੇ। ਤੇ ਇੱਥੇ ਆ ਗਿਆ ਅਨੁਮੱਧਿਅਮ ਮਹਾਨ ਉਚਾਰ ਹੈ। ਅਨੂ ਦਾ ਜਿਹੜਾ ਮੱਧਮ ਹੈ, ਅਨੂ ਦੁਆਰਾ ਬਣਿਆ ਹੋਇਆ, ਤੇ ਮਹਾਨ ਆਤਮਾ ਦਾ ਨਾਮ ਦਿੱਤਾ ਵੀ ਆਤਮਾ ਜਿਹੜੀ ਹੈ ਉਹ ਮਹਾਨ ਹੈ, ਵੱਡੀ ਹੈ। ਮਹਾਨ ਦਾ ਅਰਥ ਵੱਡੀ ਵੀ ਹੈ। ਇੱਥੇ ਵੱਡਾ ਸਰੂਪ ਹੈ, ਉਹਦਾ ਵਿਸਤ੍ਰਿਤ ਸਰੂਪ ਹੈ, ਵਿਭੂ ਪ੍ਰਮਾਣ ਦੇ ਵਿੱਚ ਕਿਹਾ ਗਿਆ। ਗ੍ਰੰਥਾਕਾਰ ਕਹਿੰਦੇ ਅਨੁਮੱਧਮ ਮਹਾਨ ਕਿਹਾ ਗਿਆ ਵੀ ਜਿਹੜੀ ਅਨੂ ਸਰੂਪ ਦੇ ਵਿੱਚ, ਹੁਣ ਜਿਹੜਾ ਅਨੂ ਹੈ ਇਹ ਨਿਆਇਕ ਮੰਨਦਾ ਹੈ। ਅਨੂ ਕੌਣ ਮੰਨਦਾ ਜੀ? ਨਿਆਇਕ।
ਨਿਆਇਕ ਨੇ ਅਨੁਸਰੂਪ ਮੰਨਿਆ ਆਤਮਾ ਨੂੰ, ਵੀ ਆਤਮਾ, ਜੇ ਆਤਮਾ ਤੋਂ ਸਾਰੇ ਸਰੀਰ ਬਣੇ ਮੰਨਦੇ ਆ, ਤੇ ਫਿਰ ਅਨੂ ਸਾਰੀ ਸ੍ਰਿਸ਼ਟੀ ਦੇ ਵਿੱਚ, ਅਣੂ ਤਾਂ ਹੁਣ ਹਰ ਇੱਕ ਸਰੀਰ ਵਿੱਚ ਹੈਗਾ ਹੀ ਹੈਗਾ। ਉਹ ਕਹਿੰਦੇ ਫਿਰ ਅਣੂ ਨਾਲ ਸਾਰੀ ਸ੍ਰਿਸ਼ਟੀ ਬਣੀ ਆ, ਤੇ ਅਣੂ ਨੂੰ ਆਤਮਾ ਮੰਨ ਲਓ ਤੁਸੀਂ, ਅਣੂ ਨੂੰ ਵੀ ਆਤਮਾ ਮੰਨ ਲੈਣਾ ਚਾਹੀਦਾ। ਇੱਥੇ ਫਿਰ ਸੰਖਿਆਵਾਦੀ ਆ ਗਿਆ, ਉਹ ਕਹਿੰਦਾ ਵੀ ਨਹੀਂ, ਉਹ ਜਿਹੜਾ ਈਸ਼ਵਰ ਹੈ, ਜਿਹੜੀ ਆਤਮਾ ਹੈ, ਉਹ ਸਤਗੁਣ ਪ੍ਰਧਾਨ ਮਹਾਨ ਹੈ, ਯਾਨੀ ਬੁੱਧੀ ਵਰਤੀਆਂ ਤੋਂ ਪ੍ਰਕਾਸ਼ਕ ਹੈ, ਸਾਰਿਆਂ ਦੀ, ਉਹਦੀ ਸਾਰਿਆਂ ਤੇ ਉਹਦੀ ਸੱਤਾ ਹੈ। ਇਹ ਕਹਿ ਕੇ ਉਹਨੇ ਇੱਥੇ ਵਰਣਨ ਕਰਨਾ ਸ਼ੁਰੂ ਕੀਤਾ। ਗ੍ਰੰਥਾਕਾਰ ਕਹਿੰਦੇ ਵੀ ਭਾਈ, ਇਤਿਆਦਿਕ ਬਹੁ ਭੇਦ ਉਚਾਰਾ, ਇਤਿਆਦਿਕ ਐਸੇ ਭੇਦਾਂ ਦਾ ਉਚਾਰਨ ਕੀਤਾ ਗਿਆ ਸ਼ਾਸਤਰ ਦੇ ਵਿੱਚ। ਮੂਰਖ ਜਨ ਨਹਿ ਵੇਦ ਉਚਾਰਾ, ਤੇ ਮੂਰਖ ਲੋਕ ਹੈ ਨਾ ਜਿਹੜੇ, ਮੂਰਖ ਜਨ, ਇਹ ਵੇਦ ਦਾ ਅਧਿਐਨ ਨਹੀਂ ਕਰਦੇ, ਵੇਦ ਨਹੀਂ ਪੜ੍ਹਦੇ, ਭਾਵ ਗਿਆਨ ਨੂੰ ਨਹੀਂ ਜਾਣਦੇ, ਆਪਣੇ ਆਪਣੇ ਢੰਗ ਦੇ ਨਾਲ ਸਾਰੇ ਜਿਹੜੇ ਹੈ ਵਰਣਨ ਕਰਦੇ ਹੈ। ਪਰ ਇੱਥੇ ਗ੍ਰੰਥਾਕਾਰ ਨੇ ਇੱਕ ਗੱਲ ਹੋਰ ਵੀ ਕੀਤੀ ਹੈ, ਵੀ ਆਪ ਆਪਣੀ ਬੁੱਧ ਹਜੇ ਦੀ ਬਾਣੀ ਵਿੱਚ ਆਪਾਂ ਕਹਿੰਦੇ ਹਾਂ, ਆਪੋ ਆਪਣੇ ਮਤ ਮਤਾਂਤਰ ਦੀ ਗੱਲ ਇੱਥੇ ਸਾਰਿਆਂ ਨੇ ਵਰਣਨ ਕੀਤੀ ਹੈ। ਜਿਹੜਾ ਮੀਮਾਂਸਕ ਹੈ, ਉਹ ਸੰਪੂਰਨ ਗਿਆਨਾਂ ਦੇ ਵਿੱਚ ਆਤਮਾ ਗਿਆਨ ਦਾ ਵਿਸ਼ਾ ਇੱਥੇ ਜਿਹੜਾ ਦੱਸਦਾ ਹੈ, ਤੇ ਉਹ ਭਾਸ਼ਿਤ ਹੁੰਦਾ ਜਿਹੜਾ ਸਵ ਪ੍ਰਕਾਸ਼ ਦਾ ਸਰੂਪ, ਉਸ ਦਾ ਇੱਥੇ ਜਿਹੜਾ ਗਿਆਨ ਉਹਨੇ ਵਰਣਨ ਕੀਤਾ ਹੈ। ਆਤਮਾ ਦਾ ਵੀ ਗ੍ਰਹਿਣ ਕਰਦੇ ਨੇ, ਕਿੱਥੋਂ? ਸਵ ਪ੍ਰਕਾਸ਼ ਦੇ, ਸਵ ਪ੍ਰਕਾਸ਼ ਨੂੰ ਆਤਮਾ ਦਾ ਗ੍ਰਹਿਣ ਕਰਕੇ ਦੱਸਦੇ ਨੇ ਵੀ ਜਿਹੜੀ ਆਤਮਾ ਹੈ, ਵਿਭੂ ਹੈ, ਸਵ ਪ੍ਰਕਾਸ਼ ਹੈ। ਇਤਿਆਦਿਕ ਬਹੁ ਭੇਦ ਉਚਾਰਾ, ਕਹਿੰਦੇ ਇਤਿਆਦਿਕ ਬਹੁ ਭੇਦ ਹੈ ਆਤਮਾ ਦੇ ਸਰੂਪ ਦੇ, ਗ੍ਰੰਥਾਕਾਰਾਂ ਨੇ ਜਿਹੜੇ ਕੀਤੇ ਹੈ, ਉਹ ਗ੍ਰੰਥਾਕਾਰ ਕਹਿੰਦੇ ਬੜੇ ਹੀ ਵਿਸਤ੍ਰਿਤ ਰੂਪ ਵਿੱਚ ਸਾਰਿਆਂ ਨੇ ਵਰਣਨ ਕੀਤੇ ਹੈ। ਇਸ ਲਈ ਜਿਹੜੇ ਇਹ ਭੇਦ ਨੇ, ਇਹਨਾਂ ਨੂੰ ਜਾਣਨ ਦੇ ਲਈ ਸਾਰੇ ਮਤਾਂ ਦਾ ਜਿਹੜਾ ਆਪਾਂ ਨੂੰ ਸਿੰਘ ਅਵਲੋਕਨ ਹੋਣਾ, ਥੋੜਾ ਥੋੜਾ ਗਿਆਨ ਹੋਣਾ ਜ਼ਰੂਰੀ ਹੈ, ਵੀ ਕਿਹਨੇ ਕੀ ਕਿਹਾ, ਕਿਹਨੇ ਕੀ ਕਿਹਾ। ਵੈਸੇ ਤੇ ਵਾਸਤਵਿਕਤਾ ਇਹ ਹੈ ਵੀ ਜਿਹੜੇ ਗ੍ਰੰਥ ਹੈ ਨਾ, ਇਹ ਗ੍ਰੰਥ ਵੈਸੇ ਪਹਿਲੀ ਪੁਸਤਕ ਨਹੀਂ ਗੀ। ਇਦੋਂ ਪਹਿਲਾਂ ਵੀ ਜਿਹਨੇ ਵਿਦਾਂਤ ਨਹੀਂ ਪੜ੍ਹਿਆ ਉਹਨੂੰ ਇਹ ਸਮਝ ਨਹੀਂ ਆਉਂਦਾ, ਕਿਉਂਕਿ ਬਾਹਲਾ ਨਹੀਂ ਤਾਂ ਵਿਦਾਂਤ ਸਾਰ ਤਾਂ ਲਾਜ਼ਮੀ ਹੋਣਾ ਚਾਹੀਦਾ। ਵਿਦਾਂਤ ਸਾਰ ਦੇ ਵਿੱਚ ਹੀ ਬਹੁਤ ਕੁਝ ਆ ਜਾਂਦਾ, ਤੇ ਜੇ ਕਿਸੇ ਨੇ ਮੰਨ ਲਓ ਵਿਦਾਂਤ ਪਰਿਭਾਸ਼ਾ ਪੜ੍ਹ ਲਈ ਜਾਂ ਪੰਚਦਸ਼ੀ ਪੜ੍ਹ ਲਈ, ਤਾਂ ਫਿਰ ਕਹਿਣਾ ਕੀ ਹੈ, ਯਾਨੀ ਉਹ ਨਿਆਇ ਦਾ ਗ੍ਰੰਥ ਥੋੜਾ ਜਿਹਾ ਮਿਸ਼ਰਣ ਜ਼ਿਆਦੇ ਹੈ, ਨਿਆਇ ਜਿਹੜੀ ਪਰਿਭਾਸ਼ਾ ਹੈ ਵਿਦਾਂਤ ਪਰਿਭਾਸ਼ਾ ਦੇ ਵਿੱਚ, ਤੇ ਪੰਚਦਸ਼ੀ ਜਿਹੜੀ ਹੈ ਸ਼ਲੋਕਬੱਧ ਆ, ਉਹਦੇ ਵਿੱਚ ਨਿਆਇ ਬਹੁਤ ਘੱਟ ਹੈ। ਉਹ ਸੂਖਸ਼ਮ ਗ੍ਰੰਥ ਹੈ, ਪਰ ਬਹੁਤ ਜ਼ਿਆਦਾ ਵਧੀਆ ਪੜ੍ਹਨ ਨੂੰ ਪੰਚਦਸ਼ੀ ਵੀ ਜ਼ਿਆਦਾ ਵਧੀਆ, ਉਹਦੀ ਬੜੀ ਸਮਝ ਆ ਜਾਂਦੀ ਹੈ। ਇੱਥੇ ਵੀ ਗ੍ਰੰਥਾਕਾਰ ਨੇ ਕਿਹਾ ਵੀ ਜੇ ਗ੍ਰੰਥ ਇਹ ਪੜ੍ਹਨ ਤੋਂ ਪਹਿਲਾਂ ਆਪਾਂ ਨੂੰ ਵਿਚਾਰ ਚੰਦਰੋਦੈ ਜ਼ਰੂਰ ਪੜ੍ਹਨਾ ਚਾਹੀਦਾ ਭਾਸ਼ਾ ਦੇ ਗ੍ਰੰਥਾਂ ਚੋਂ, ਫਿਰ ਇਹਦਾ ਸਮਿਅਕ ਗਿਆਨ ਹੋ ਸਕਦਾ, ਸੌਖਾ ਹੋ ਸਕਦਾ। ਨਹੀਂ ਫਿਰ ਕਿਤੇ ਕਿਤੇ ਇਹਦੀਆਂ ਅਟਕਲਾਂ ਲੱਗ ਜਾਂਦੀਆਂ, ਪਤਾ ਨਹੀਂ ਲੱਗਦਾ ਬੰਦੇ ਨੂੰ। ਜੇ ਤੁਹਾਨੂੰ ਕਿਤੇ ਨਾ ਪਤਾ ਲੱਗੇ ਤਾਂ ਤੁਸੀਂ ਮੈਨੂੰ ਦੱਸ ਦਿਓ, ਆਪਾਂ ਫਿਰ ਖੋਲ ਲਾਂਗੇ ਦੂਜੇ ਦਿਨ ਉਹੀ ਪੰਕਤੀਆਂ, ਫਿਰ ਵਿਚਾਰ ਲਾਂਗੇ। ਗਾਂ ਆਪਾਂ ਭੱਜਣ ਦੀ ਆਪਾਂ ਨੂੰ ਕੋਈ ਹੋੜ ਨਹੀਂ। ਇਸ ਲਈ ਚਲੋ ਇਹ ਬੇਨਤੀ, ਅੱਜ ਦਾ ਪਾਠ ਆਪਾਂ